ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੱਲ੍ਹ ਸੰਗਤ ਜੀ ਸਿੱਖਾਂ ਦੇ 7ਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਹਰ ਰਾਏ ਜੀ ਦਾ ਪ੍ਰਕਾਸ਼ ਪੁਰਬ ਹੈ ਜੀ। ਗੁਰੂ ਕੀਆਂ ਸੰਗਤਾਂ ਆਪ ਜੀ ਦਾ ਕੱਲ੍ਹ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਪ੍ਰੇਮ ਭਾਵ ਨਾਲ ਮਨਾਉਣਗੀਆਂ। ਸਾਡੀ ਅੱਜ ਦਾ ਵਿਚਾਰ ਇਹਨਾਂ ਦੇ ਜੀਵਨ ਨੂੰ ਹੀ ਸਮਰਪਿਤ ਹੈ। ਅੱਜ ਦੀ ਵਿਚਾਰ ਵਿੱਚ ਅਸੀਂ ਇਹਨਾਂ ਦੇ ਪਰਿਵਾਰ ਅਤੇ ਇਹਨਾਂ ਦੇ ਜੀਵਨ ਨੂੰ ਜਾਣਾਂਗੇ। ਆਪ ਜੀ ਦਾ ਜਨਮ ਸੰਨ 1630 ਨੂੰ ਕਿਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ, ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਸੀ, ਉਹਨਾਂ ਦੇ ਘਰ ਹੋਇਆ ਸੀ। ਉਸ ਵਕਤ ਰਾਜ ਔਰੰਗਜ਼ੇਬ ਦਾ ਸੀ। ਜ਼ੁਲਮ ਦੀ ਇੰਤਹਾ ਸੀ। ਹਿੰਦੂਆਂ ਦੇ ਮੰਦਿਰ ਸ਼ਰੇਆਮ ਗਿਰਾਏ ਜਾ ਰਹੇ ਸੀ। ਹਰ ਪਾਸੇ ਕਤਲੇਆਮ ਹੋ ਰਿਹਾ ਸੀ। ਆਪ ਜੀ ਦੀ ਮਾਤਾ ਜੀ ਦਾ ਨਾਮ ਨਿਹਾਲ ਕੌਰ ਜੀ ਸੀ। ਆਪ ਜੀ ਦੇ ਜਨਮ ਸਮੇਂ ਜਦੋਂ ਆਪ ਜੀ ਦੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਨੂੰ ਵੇਖਿਆ ਤਾਂ ਵੇਖ ਕੇ ਕਿਹਾ, ਇਹ ਬੱਚਾ ਤਾਂ ਬਿਲਕੁਲ ਹਰੀ ਦਾ ਹੀ ਰੂਪ ਹੈ, ਹਰੀ ਦਾ ਰੂਪ ਹੀ ਵਿਖਦਾ ਹੈ। ਸੋ ਫਿਰ ਆਪ ਜੀ ਦਾ ਨਾਮ ਹਰ ਰਾਏ ਜੀ ਪੈ ਗਿਆ। ਆਪ ਇੱਕ ਬੜੇ ਕੋਮਲ ਸੁਭਾਅ ਦੇ ਮਾਲਿਕ ਸੀ। 1634 ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਤਪੁਰ ਆਉਣ ਪਿੱਛੋਂ ਹਰ ਰਾਏ ਜੀ ਨੂੰ ਸਦਾ ਆਪਣੇ ਨਾਲ ਰੱਖਿਆ। ਆਪ ਜੀ ਨੇ ਹੀ ਹਰ ਰਾਏ ਜੀ ਨੂੰ ਸ਼ਾਸਤਰ ਵਿਦਿਆ ਅਤੇ ਸ਼ਸਤਰ ਵਿਦਿਆ ਦਿੱਤੀ। ਜਦੋਂ ਵੀ ਆਪ ਜੀ ਨੂੰ ਗੁਰੂ ਘਰ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਦਾ, ਆਪ ਬੜੇ ਉਤਸ਼ਾਹ ਦੇ ਨਾਲ ਸੇਵਾ ਕਰਦੇ। ਆਪ ਇੱਕ ਬਹੁਤ ਹੀ ਅਨੋਖੀ ਅਤੇ ਉੱਚ ਕੋਟੀ ਦੀ ਸ਼ਖਸੀਅਤ ਦੇ ਮਾਲਿਕ ਸੀ। ਆਪ ਜੀ ਦਾ ਆਨੰਦ ਕਾਰਜ ਮਾਤਾ ਕਿਸ਼ਨ ਕੌਰ ਜੀ ਦੇ ਨਾਲ ਹੋਇਆ। ਆਪ ਜੀ ਦੇ ਘਰ 2 ਪੁੱਤਰਾਂ ਦਾ ਜਨਮ ਹੋਇਆ। ਆਪ ਜੀ ਦੇ ਵੱਡੇ ਪੁੱਤਰ ਦਾ ਨਾਮ ਰਾਮ ਰਾਏ ਜੀ ਸੀ ਅਤੇ ਆਪ ਜੀ ਦੇ ਛੋਟੇ ਪੁੱਤਰ ਦਾ ਨਾਮ ਗੁਰੂ ਹਰਕ੍ਰਿਸ਼ਨ ਦੇਵ ਜੀ ਸੀ, ਜੋ ਬਾਅਦ ਵਿੱਚ ਸਿੱਖਾਂ ਦੇ 8ਵੇਂ ਗੁਰੂ ਹੋਏ। ਆਪ ਜੀ ਨੂੰ ਗੁਰਤਾ ਗੱਦੀ 14 ਸਾਲ ਦੀ ਉਮਰ ਦੇ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕਿਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਦਿੱਤੀ। ਗੁਰਤਾ ਗੱਦੀ ਦੀ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਦੀ ਵੰਸ਼ ਦੇ ਵਿੱਚੋਂ ਭਾਈ ਬਾਨਾ ਜੀ ਨੇ ਆਪ ਨੂੰ ਦਿੱਤਾ। ਭਾਈ ਬਾਨਾ ਜੀ ਨੇ ਹੀ ਆਪ ਜੀ ਦੇ ਆਨੰਦ ਕਾਰਜ ਦੇ ਵਿੱਚ ਲਾਵਾਂ ਵੀ ਪੜੀਆਂ ਸੀ। ਸੰਗਤ ਜੀ, ਗੁਰੂ ਹਰ ਰਾਏ ਜੀ ਆਪ ਖੁਦ ਇੱਕ ਉੱਚ ਕੋਟੀ ਦੇ ਵੈਦ ਸੀ। ਕਿਰਤਪੁਰ ਸਾਹਿਬ ਵਿੱਚ ਆਪ ਜੀ ਨੇ ਇੱਕ ਬਹੁਤ ਵੱਡਾ ਦਵਾਖਾਨਾ ਬਣਾਇਆ, ਜਿਸ ਵਿੱਚ ਹੋਰ ਕਈ ਉੱਚ ਕੋਟੀ ਦੇ ਵੈਦ ਰੱਖੇ। ਜ਼ਰੂਰਤਮੰਦਾਂ ਦਾ ਮੁਫਤ ਇਲਾਜ ਇੱਥੇ ਕੀਤਾ ਜਾਂਦਾ ਸੀ। ਆਪ ਜੀ ਦਾ ਪੰਛੀਆਂ ਅਤੇ ਪਰਿੰਦਿਆਂ ਦੇ ਨਾਲ ਵੀ ਬੜਾ ਪਿਆਰ ਸੀ, ਬੜਾ ਮੋਹ ਸੀ। ਆਪ ਜੀ ਨੇ ਇੱਕ ਚਿੜੀਆ ਘਰ ਦਾ ਵੀ ਨਿਰਮਾਣ ਕੀਤਾ। ਬਾਣੀ ਦਾ ਆਪ ਬਹੁਤ ਸਤਿਕਾਰ ਕਰਦੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਬਾਣੀ ਨੂੰ ਤੋੜ ਮਰੋੜ ਕੇ ਕਿਸੇ ਵੀ ਤਰ੍ਹਾਂ ਪੇਸ਼ ਕਰਨ ਦੇ ਖਿਲਾਫ ਇੱਕ ਸਖਤ ਕਾਨੂੰਨ ਆਪ ਜੀ ਨੇ ਹੀ ਬਣਾਇਆ। ਆਪ ਜੀ ਨੇ ਹੀ ਇਸ ਦੀ ਸ਼ੁਰੂਆਤ ਕੀਤੀ। ਆਪ ਜੀ ਦੇ ਸਮੇਂ ਦੇਸ਼ 'ਤੇ
ਮੁਗਲੀ ਰਾਜਾ ਔਰੰਗਜ਼ੇਬ ਦਾ ਰਾਜ ਸੀ। ਆਪਣੇ ਪਿਤਾ ਸ਼ਾਹਜਹਾਂ ਨੂੰ ਕੈਦ ਕਰਕੇ ਇਹ ਬਾਦਸ਼ਾਹ ਬਣਿਆ ਸੀ। ਸਿੱਖਾਂ ਦੀ ਵੱਧਦੀ ਤਾਕਤ ਨੂੰ ਵੇਖ ਕੇ ਉਸ ਨੇ ਗੁਰੂ ਹਰਰਾਏ ਜੀ ਨੂੰ ਦਿੱਲੀ ਆ ਕੇ ਹਾਜ਼ਰ ਹੋਣ ਦਾ ਹੁਕਮ ਦਿੱਤਾ। ਗੁਰੂ ਜੀ ਨੇ ਦਿੱਲੀ ਆਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਔਰੰਗਜ਼ੇਬ ਨੂੰ ਲਿਖਿਆ ਕਿ ਅਸੀਂ ਕੋਈ ਤੇਰਾ ਮੁਲਕ ਨਹੀਂ ਦਬਾਇਆ, ਨਾ ਹੀ ਅਸੀਂ ਤੇਰਾ ਕੁਛ ਦੇਣਾ ਹੈ, ਅਸੀਂ ਤੇਰੇ ਪਾਸ ਕਿਉਂ ਆਈਏ। ਇਹ ਉੱਤਰ ਮਿਲਣ ਤੋਂ ਬਾਅਦ ਉਸਨੇ ਲਾਹੌਰ ਦੇ ਗਵਰਨਰ ਖਲੀਲੁੱਲਾ ਨੂੰ ਹੁਕਮ ਦਿੱਤਾ ਕਿ ਸਿੱਖਾਂ ਦੇ ਗੁਰੂ ਨਾਲ ਨਿਪਟਿਆ ਜਾਏ, ਜਿਸ ਨੇ ਮੇਰਾ ਹੁਕਮ ਨਹੀਂ ਮੰਨਿਆ। ਖਲੀਲੁੱਲਾ ਨੇ ਕਰੀਬ 10,000 ਦੀ ਸੈਨਾ ਨੂੰ ਕੀਰਤਪੁਰ ਸਾਹਿਬ 'ਤੇ ਹਮਲਾ ਕਰਨ ਲਈ ਭੇਜਿਆ ਅਤੇ ਉਸ ਸੈਨਾ ਦੇ ਕਮਾਂਡਰ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਬੰਦੀ ਬਣਾ ਕੇ ਲਾਹੌਰ ਦੇ ਵਿੱਚ ਲਿਆਇਆ ਜਾਏ। ਅਜੇ ਉਹ ਕਮਾਂਡਰ, ਜਿਸ ਦਾ ਨਾਮ ਜ਼ਾਲਿਮ ਖਾਨ ਸੀ, ਉਸ ਦੀ ਖੁਦ ਦੀ ਮੌਤ ਰਸਤੇ ਵਿੱਚ ਹੀ ਹੋ ਗਈ ਅਤੇ ਉਸ ਦੀ ਫੌਜ ਫਿਰ ਲਾਹੌਰ ਵਾਪਸ ਚਲੀ ਗਈ। ਦੂਸਰੀ ਵਾਰ ਗਵਰਨਰ ਨੇ ਕੰਧਾਰ ਦੇ ਜਰਨੈਲ ਬੂੰਦੇ ਖਾਨ ਨੂੰ ਭੇਜਿਆ। ਉਸ ਦਾ ਕਤਲ ਵੀ ਉਸ ਦੀ ਹੀ ਸੈਨਾ ਵਿੱਚ ਹੀ ਸ਼ਾਮਿਲ ਕੁਝ ਉਸ ਦੇ ਦੁਸ਼ਮਣਾਂ ਨੇ ਕਰ ਦਿੱਤਾ। ਫਿਰ ਬਿਨਾਂ ਕਮਾਂਡਰ ਦੇ ਫੌਜ ਫਿਰ ਲਾਹੌਰ ਵਾਪਸ ਚਲੀ ਗਈ। ਤੀਸਰੀ ਵਾਰ ਗਵਰਨਰ ਨੇ ਸਹਾਰਨਪੁਰ ਦੇ ਨਾਦਰ ਖਾਨ ਨੂੰ ਕੀਰਤਪੁਰ ਉੱਪਰ ਚੜ੍ਹਾਈ ਕਰਨ ਲਈ ਫਿਰ ਭੇਜਿਆ। ਰਸਤੇ ਵਿੱਚ ਉਸ ਦੀ ਫੌਜ ਵਿੱਚ ਹੈਜੇ ਦੀ ਬਿਮਾਰੀ ਫੈਲ ਗਈ। ਫਿਰ ਫੌਜ ਨੇ ਅੱਗੇ ਜਾਣ ਤੋਂ ਨਾ ਕਰ ਦਿੱਤੀ। ਸੋ ਸੰਗਤ ਜੀ, ਫਿਰ ਉਸ ਤੋਂ ਪਿੱਛੋਂ ਕੋਈ ਵੀ ਜਰਨੈਲ ਕੀਰਤਪੁਰ ਉੱਪਰ ਚੜ੍ਹਾਈ ਕਰਨ ਲਈ ਤਿਆਰ ਨਾ ਹੋਇਆ। ਔਰੰਗਜ਼ੇਬ ਨੇ ਵੇਖ ਲਿਆ ਕਿ ਗੁਰੂ ਹਰਰਾਏ ਜੀ ਨੂੰ ਜ਼ਬਰਦਸਤੀ ਦਿੱਲੀ ਨਹੀਂ ਲਿਆਇਆ ਜਾ ਸਕਦਾ। ਗੁਰੂ ਜੀ ਆਪ ਦਿੱਲੀ ਨਹੀਂ ਗਏ, ਪਰ ਉਹਨਾਂ ਨੇ ਆਪਣਾ ਪ੍ਰਤੀਨਿਧੀ ਬਣਾ ਕੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ, ਜੋ ਉਸ ਵਕਤ 11 ਸਾਲ ਦੇ ਹੀ ਸੀ, ਦਿੱਲੀ ਭੇਜਿਆ ਅਤੇ ਜਾਣ ਤੋਂ ਪਹਿਲਾਂ ਇਹ ਸਮਝਾਇਆ ਕਿ ਤੁਸੀਂ ਆਪਣੇ ਧਰਮ ਉੱਤੇ ਪੱਕੇ ਰਹਿਣਾ ਹੈ। ਬਾਬਾ ਰਾਮ ਰਾਏ ਜੀ ਬੜੇ ਗੁਣੀ ਅਤੇ ਸਮਝਦਾਰ ਅਤੇ ਹਾਜ਼ਰ ਜਵਾਬ ਸੀ। ਔਰੰਗਜ਼ੇਬ ਨੇ ਉਹਨਾਂ ਨੂੰ ਆਪਣੇ ਕੋਲ ਬਿਠਾ ਕੇ ਕੁਝ ਸਵਾਲ ਪੁੱਛਣੇ ਸ਼ੁਰੂ ਕੀਤੇ ਅਤੇ ਉਹਨਾਂ ਦਾ ਜਵਾਬ ਵੀ ਰਾਮ ਰਾਏ ਜੀ ਨੇ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਦਿੱਤੇ। ਸੁੰਦਰ ਹਾਜ਼ਰ ਜਵਾਬਾਂ ਨੂੰ ਵੇਖ ਕੇ ਔਰੰਗਜ਼ੇਬ ਨੇ ਉਹਨਾਂ ਦੀ ਬੜੀ ਪ੍ਰਸ਼ੰਸਾ ਕੀਤੀ, ਪਰ ਰਾਮ ਰਾਏ ਜੀ ਇਹ ਭੁੱਲ ਗਏ ਕਿ ਉਹਨਾਂ ਦੀ ਪ੍ਰਸ਼ੰਸਾ ਜੋ ਹੈ ਗੁਰੂ ਨਾਨਕ ਦੇਵ ਜੀ ਦੀ ਮਿਹਰ ਦੇ ਸਦਕਾ ਹੀ ਉਹਨਾਂ 'ਤੇ ਹੋ ਰਹੀ ਹੈ। ਕੁਛ ਉੱਥੇ ਮੌਜੂਦ ਕਾਜ਼ੀਆਂ ਨੇ ਵੀ ਉਹਨਾਂ ਨੂੰ ਸਵਾਲ ਕੀਤੇ ਅਤੇ ਪੁੱਛਿਆ, ਬਾਬੇ ਨਾਨਕ ਨੇ ਮਿੱਟੀ ਮੁਸਲਮਾਨ ਕੀ ਪੈੜੇ ਪਈ ਕੁਮਿਹਾਰ ਉਚਾਰਨ ਕਰਕੇ ਮੁਸਲਮਾਨਾਂ ਦੀ ਨਿਰਾਦਰੀ ਕੀਤੀ ਹੈ। ਬਾਬਾ ਰਾਮ ਰਾਏ ਨੇ ਔਰੰਗਜ਼ੇਬ ਦੇ ਸ਼ਾਹੀ ਸਤਕਾਰ ਨੇ ਜੋ ਸ਼ਾਹੀ ਸਤਕਾਰ ਜੋ ਕੀਤਾ ਸੀ, ਉਹਨਾਂ ਨੂੰ ਸੱਚ ਭੁਲਾ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਤੇ ਮਿੱਟੀ ਬੇਈਮਾਨ ਕੀ ਉਚਾਰਿਆ ਸੀ, ਪਰ ਲਿਖਾਰੀ ਦੀ ਭੁੱਲ ਨਾਲ ਮਿੱਟੀ ਮੁਸਲਮਾਨ ਲਿਖਿਆ ਗਿਆ। ਜਦੋਂ ਕੀਰਤਪੁਰ ਸਾਹਿਬ ਵਿੱਚ ਗੁਰੂ ਹਰਰਾਏ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸੱਚੀ ਬਾਣੀ ਨੂੰ ਬਦਲਣ ਦੀ ਇਹ ਖਬਰ ਪਹੁੰਚੀ ਉਹਨਾਂ ਕੋਲ, ਤਾਂ ਉਹਨਾਂ ਨੇ ਬਾਬਾ ਰਾਮ ਰਾਏ ਜੀ ਨੂੰ ਪੱਤਰ ਲਿਖ ਕੇ ਕਿਹਾ ਕਿ ਮੇਰੇ ਮੱਥੇ ਤੁਸੀਂ ਹੁਣ ਨਹੀਂ ਲੱਗਣਾ, ਤੁਸੀਂ ਝੂਠੇ
ਸ਼ਾਹੀ ਸਤਿਕਾਰ ਦੇ ਬਦਲੇ ਸੱਚ ਨੂੰ ਵਿਸਾਰ ਦਿੱਤਾ ਹੈ। ਉਸ ਦਿਨ ਤੋਂ ਬਾਅਦ ਗੁਰੂ ਕੇ ਸਿੱਖਾਂ ਨੇ ਅਤੇ ਗੁਰੂ ਜੀ ਨੇ ਰਾਮ ਰਾਏ ਜੀ ਨੂੰ ਕਦੇ ਵੀ ਮਾਫ ਨਹੀਂ ਕੀਤਾ। ਇਹਨਾਂ ਗੁਰੂ ਕੀ ਬਾਣੀ ਦਾ ਸਤਿਕਾਰ ਕਰਦੇ ਸੀ ਗੁਰੂ ਹਰ ਰਾਏ ਜੀ। 22 ਸਾਲ 6 ਮਹੀਨੇ 20 ਦਿਨ ਤੱਕ ਗੁਰਤਾ ਗੱਦੀ 'ਤੇ ਆਪ ਸੁਸ਼ੋਭਿਤ ਰਹੇ ਅਤੇ ਆਪਣਾ ਅੰਤ ਸਮਾਂ ਵੇਖ ਕੇ ਗੁਰਤਾ ਗੱਦੀ ਆਪਣੇ ਛੋਟੇ ਪੁੱਤਰ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦੇ ਦਿੱਤੀ। ਆਪ ਜੀ ਦੇ ਜਨਮ ਸਥਾਨ ਕਿਰਤਪੁਰ ਸਾਹਿਬ ਵਿੱਚ ਆਪ ਜੀ ਦੀ ਯਾਦ ਵਿੱਚ ਇੱਕ ਬਹੁਤ ਆਲੀਸ਼ਾਨ ਗੁਰਦੁਆਰਾ ਸ਼ੀਸ਼ ਮਹਿਲ ਸੁਸ਼ੋਭਿਤ ਹੈ। ਕਦੇ ਮੌਕਾ ਮਿਲੇ ਤਾਂ ਸੰਗਤ ਜੀ ਇਸ ਦੇ ਦਰਸ਼ਨ ਜ਼ਰੂਰ ਕਰਨਾ। ਇਹ ਸੀ ਗੁਰੂ ਹਰ ਰਾਏ ਜੀ ਦੇ ਜੀਵਨ ਬਾਰੇ ਕੁਝ ਜਾਣਕਾਰੀ। ਹੋਈਆਂ ਭੁੱਲਾਂ ਨੂੰ ਸੰਗਤ ਮਾਫ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।